ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੀਬੀਸੀ। ਮੈਂ ਮਨਦੀਪ ਸਿੰਘ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ। ਖਬਰਾਂ ਦੇ ਬੁਲਟਨ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ। ਪੰਜਾਬ ਨੈਸ਼ਨਲ ਬੈਂਕ ਦੇ ਸਿਤਾਰੇ ਇਹਨਾਂ ਦਿਨਾਂ ਦੇ ਵਿੱਚ ਕਾਫੀ ਕਮਜ਼ੋਰ ਨਜ਼ਰ ਆ ਰਹੇ ਨੇ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਨੈਸ਼ਨਲ ਬੈਂਕ ਦੀਆਂ ਵੱਖ-ਵੱਖ ਬ੍ਰਾਂਚਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਘਟ ਰਹੀਆਂ ਨੇ। ਤੇ ਅੱਜ ਦੀ ਖਬਰ ਅੰਮ੍ਰਿਤਸਰ ਤੋਂ ਆ। ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੇ ਵਿੱਚ ਪੈਂਦੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਪੀਐਨਬੀ ਬੈਂਕ ਦੇ ਵਿੱਚ ਅੱਗ ਲੱਗਣ ਕਰਕੇ ਕਾਫੀ ਨੁਕਸਾਨ ਹੋਇਆ। ਹਾਲਾਂਕਿ ਅੱਗ ਲੱਗਣ ਦੀ ਵਜ੍ਹਾ ਕੀ ਹੈ ਇਸ ਦਾ ਪਤਾ ਤਾਂ ਨਹੀਂ ਚੱਲਿਆ, ਪਰ ਫਿਰ ਵੀ ਇਹ ਕਿਹਾ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੈ, ਜਿਸ ਕਰਕੇ ਬੈਂਕ ਦਾ ਕਾਫੀ ਨੁਕਸਾਨ ਹੋਇਆ। ਜਦੋਂ ਬੈਂਕ ਕਰਮਚਾਰੀ ਸਵੇਰੇ ਬੈਂਕ ਦੇ ਕੋਲ ਪਹੁੰਚਦੇ ਨੇ ਤਾਂ ਉਹਨਾਂ ਨੇ ਧੂੰਆਂ ਨਿਕਲਦਾ ਹੋਇਆ ਦੇਖਿਆ, ਜਿਸ ਤੋਂ ਬਾਅਦ ਉਹਨਾਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੰਪਰਕ ਕੀਤਾ ਅਤੇ ਉਹਨਾਂ ਨੇ ਆ ਕੇ ਅੱਗ ਦੇ ਉੱਤੇ ਕਾਬੂ ਪਾਇਆ। ਅੱਗ ਦੇ ਨਾਲ ਹੋਣ ਵਾਲੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਕਿੰਨਾ ਨੁਕਸਾਨ ਹੋਇਆ ਹੈ, ਕੀ ਕੁਝ ਸੜ ਗਿਆ ਆ, ਇਸ ਗੱਲ ਦਾ ਖੁਲਾਸਾ ਹੋਣਾ ਹਜੇ ਬਾਕੀ ਹੈ। ਪਰ ਸਿਤਾਰੇ ਕਮਜ਼ੋਰ ਕਿਉਂ ਨੇ? ਕਿਉਂਕਿ ਲਗਾਤਾਰ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ। ਪਹਿਲਾਂ ਵੀ ਅੰਮ੍ਰਿਤਸਰ ਜ਼ਿਲ੍ਹੇ ਦੇ 2 ਪੰਜਾਬ ਨੈਸ਼ਨਲ ਬੈਂਕਾਂ ਦੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਕੁਝ ਕੁ ਦਿਨ ਪਹਿਲਾਂ ਹੀ ਹੋਈਆਂ ਨੇ ਅਤੇ ਹੁਣ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਅੱਗ ਲੱਗਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ। मेरा नाम सुरेश कुमार शर्मा है। मैं पंजाब नेशनल बैंक एमसीसी में ब्रांच हेड हूँ। आज आग सुबह 8:30 बजे हमें पता लगा कि जो धुआं निकलना शुरू हुआ, तो आग जो है कहीं शॉर्ट सर्किट से पड़ा। आग 8:45 के करीब फायर ब्रिगेड आ गई थी, तो आधे घंटे में आग जो है आग का कोई शॉर्ट सर्किट ही हो, शॉर्ट सर्किट। ਮਾਮਲਾ ਜੀ, ਮੇਰਾ ਨਾਮ ਅਵਤਾਰ ਸਿੰਘ ਹੈ ਜੀ, ਮੈਂ ਬਿਲਡਿੰਗ ਇੰਚਾਰਜ ਹਾਂ। 8:30 ਦੇ ਕਰੀਬ ਸਾਨੂੰ ਪਤਾ ਲੱਗਾ ਕਿ ਮਤਲਬ ਧੂੰਆਂ ਨਿਕਲਣਾ ਸ਼ੁਰੂ ਹੋਇਆ ਬੈਂਕ ਤੋਂ। ਠੀਕ ਹੈ ਜੀ, 8:45 ਵਜੇ ਆਪਣਾ ਫਾਇਰ ਬ੍ਰਿਗੇਡ ਵਾਲੇ ਵੀ ਆ ਗਏ ਆ ਤੇ ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ, ਬਾਕੀ ਬਿਲਡਿੰਗ ਦਾ ਤੇ ਨੁਕਸਾਨ ਹੋਇਆ ਹੀ ਹੈ ਜੀ, ਤੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਮਤਲਬ ਅੱਗ ਕਾਫੀ ਸੀ ਜੀ, ਫਿਰ ਫਾਇਰ ਬ੍ਰਿਗੇਡ ਵਾਲੇ ਆਏ, ਉਹਨਾਂ ਨੇ ਕਾਬੂ ਪਾ ਲਿਆ ਸੀ ਜੀ। ਕਿੰਨੇ ਵਜੇ ਤੱਕ ਫਾਇਰ ਬ੍ਰਿਗੇਡ ਵਾਲੇ ਕਿੰਨੀ ਦੇਰ 'ਚ ਆਏ? 9:45 ਵਜੇ ਆ ਗਏ ਆ ਜੀ। ਹਾਂਜੀ, ਤੁਹਾਡੇ ਫੋਨ ਕਰਨ ਤੋਂ ਬਾਅਦ ਆਏ? ਹਾਲਾਂਕਿ ਫਾਇਰ ਬ੍ਰਿਗੇਡ ਸਾਹਮਣੇ ਸੀ, ਇੱਥੇ ਹੋਰ ਵੀ ਆ ਗਈ ਸੀ, ਬਿਲਕੁਲ ਸਾਹਮਣੇ ਆਪਣੇ ਫਾਇਰ ਬ੍ਰਿਗੇਡ। ਬਾਕੀ ਚਲੋ ਆ ਗਏ ਆਨੇ, ਉਹਨਾਂ ਨੇ ਆ ਕੇ ਕਾਬੂ ਪਾ ਲਿਆ ਸੀ ਜੀ ਅੱਗ ਤੇ। ਕਿੰਨਾ ਕੁ ਨੁਕਸਾਨ ਲੱਗਦਾ? ਨੁਕਸਾਨ ਬਿਲਡਿੰਗ ਦਾ ਤੇ ਅੰਦਰੋਂ ਹੋਇਆ ਹੀ ਹੈ ਜੀ। ਚਲੋ ਕਾਗਜ਼ ਪੱਤਰ ਜਿਹੜੇ ਉਹ, ਬਾਕੀ ਜਾਨੀ ਨੁਕਸਾਨ ਹੋਣਾ ਜਿਹੜਾ ਉਹ ਬਚ ਗਿਆ ਵਾ, ਬਾਕੀ ਬਿਲਡਿੰਗ ਦਾ ਤੇ ਹੋਇਆ ਹੀ ਆ ਅੰਦਰੋਂ। ਅੰਮ੍ਰਿਤਸਰ ਦੇ ਹੀ ਇੱਕ ਹਸਪਤਾਲ ਦੇ ਵਿੱਚ 2 ਨੌਜਵਾਨਾਂ ਦੇ ਵਿਚਾਲੇ ਲੜਾਈ ਹੋਈ ਹੈ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਇੱਕ ਨੌਜਵਾਨ ਦੇ ਨਾਲ ਲੜਾਈ ਹੋਈ ਹੈ, ਜਿਸ ਤੋਂ ਬਾਅਦ ਉੱਪਰਲੀ ਮੰਜ਼ਿਲ ਤੋਂ ਹੇਠਾਂ ਡਿੱਗ ਜਾਣ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਦਰਅਸਲ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਨ ਵਾਲੇ ਆਪਣੇ ਭਰਾ ਨੂੰ ਰੋਟੀ ਫੜਾਉਣ ਦੇ ਲਈ ਪਹੁੰਚਿਆ ਸੀ ਰਾਜਵੀਰ ਸਿੰਘ, ਜਿਸ ਦੀ ਉੱਥੇ ਇੱਕ ਹੋਰ ਨੌਜਵਾਨ ਦੇ ਨਾਲ ਲੜਾਈ ਹੋ ਗਈ। ਦੂਸਰੇ ਨੌਜਵਾਨ ਦੀ ਪਤਨੀ ਦਾ ਇਲਾਜ ਹਸਪਤਾਲ ਦੇ ਵਿੱਚ ਹੋ ਰਿਹਾ ਸੀ। ਦੂਸਰੇ ਨੌਜਵਾਨ ਦਾ ਨਾਮ ਸਤਿੰਦਰ ਸਿੰਘ ਹੈ। ਸਤਿੰਦਰ ਸਿੰਘ ਅਤੇ ਰਾਜਵੀਰ ਸਿੰਘ ਵਿਚਾਲੇ ਲੜਾਈ ਹੁੰਦੀ ਹੈ, ਜਿਹੜੀ ਲੜਾਈ ਹੱਥੋਂ ਪਾਈ ਤੋਂ ਵੱਧਦੀ ਜਿਹੜੀ ਇੰਨੀ ਵੱਧ ਜਾਂਦੀ ਹੈ ਕਿ ਰਾਜਵੀਰ ਸਿੰਘ ਦੀ ਉੱਪਰਲੀ ਛੱਤ ਤੋਂ ਥੱਲੇ ਡਿੱਗਣ ਦੇ ਕਾਰਨ ਮੌਤ ਹੋ ਜਾਂਦੀ ਹੈ। ਇਹ ਜੀ ਸਾਨੂੰ ਕਰੀਬ 1:30 ਵਜੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਗੁਰੂ ਨਾਨਕ ਦੇਵ ਹਸਪੀਟਲ 'ਚ 2 ਨੌਜਵਾਨਾਂ ਦੀ ਆਪਸ ਦੇ ਵਿੱਚ ਝੜਪ ਹੋਈ ਹੈ ਤੇ ਉਸ ਤੋਂ ਬਾਅਦ ਇੱਕ ਨੌਜਵਾਨ ਦੀ ਡੈਥ ਵੀ ਹੋ ਗਈ ਹੈ। ਜਦੋਂ ਅਸੀਂ ਮੌਕੇ 'ਤੇ ਜਾ ਕੇ ਹੁਣ ਹਾਲਾਤ ਦੇਖੇ ਆ ਤੇ ਜੋ ਡਿਸੀਜ਼ਡ ਆ ਜਿਹਦੀ ਡੈਥ ਹੋਈ ਹੈ, ਇਹ ਰਾਜਵੀਰ ਸਿੰਘ ਜੋ ਕਿ ਛੱਜਲਵੱਡੀ ਦਾ ਰਹਿਣ ਵਾਲਾ ਸੀ। ਇਸ ਦਾ ਭਰਾ ਸਾਡਾ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਤੇ ਉਸ ਦੀ ਕਿਸੇ ਗਾਰ ਦੇ ਵਿੱਚ ਇੱਥੇ ਹਸਪੀਟਲ ਦੇ ਵਿੱਚ ਡਿਊਟੀ ਲੱਗੀ ਹੋਈ ਸੀ ਤੇ ਉਹ ਆਪਣੇ ਬ੍ਰਦਰ ਲਈ ਖਾਣਾ ਵਗੈਰਾ ਲੈ ਕੇ ਆਇਆ ਸੀ। ਤੇ ਜੋ ਦੂਸਰੀ ਧਿਰ ਆ ਸਤਿੰਦਰ ਸਿੰਘ ਜੋ ਕਿ ਮੁਸਤਾਬਾਦ ਦਾ ਰਹਿਣ ਵਾਲਾ ਸੀ, ਇਸ ਦੀ ਵਾਈਫ ਦੇ 3-4 ਦਿਨ ਪਹਿਲਾਂ ਬੱਚਾ ਹੋਇਆ ਵਾ ਤੇ ਆਪਣੀ ਵਾਈਫ ਕੋਲ ਰਹਿ ਰਿਹਾ ਸੀਗਾ। ਇਹਨਾਂ ਦੀ ਕਿਸੇ ਕਾਰਨ ਕਰਕੇ ਆਪਸ ਦੇ ਵਿੱਚ ਝੜਪ ਹੋਈ ਹੈ। ਝੜਪ ਤੋਂ ਬਾਅਦ ਜਦੋਂ ਇਹ ਗਰਾਊਂਡ ਫਲੋਰ ਤੋਂ ਦੂਸਰੀ ਫਲੋਰ 'ਤੇ ਥਰੂ ਲਿਫਟ ਆਉਂਦੇ ਨੇ ਤਾਂ ਲਿਫਟ ਤੋਂ ਬਾਹਰ ਨਿਕਲਦੇ ਵੀ ਇਹ ਆਪਸ ਦੇ ਵਿੱਚ ਝਗੜਦੇ ਨੇ। ਜਿੱਥੋਂ ਦੇ ਸਾਨੂੰ ਕੁਝ ਆਈ ਵਿਟਨੈਸ ਵੀ ਮਿਲੇ ਨੇ, ਜਿਸ ਬੰਦਿਆਂ ਨੇ ਸਾਨੂੰ ਡਿਟੇਲ ਦੇ ਵਿੱਚ ਦੱਸਿਆ ਵਾ ਕਿ ਜਦੋਂ ਇਹਨਾਂ ਦੀ ਆਪਸ ਦੇ ਵਿੱਚ ਝੜਪ ਹੁੰਦੀ ਆ ਤਾਂ ਦੋਨੇ ਹੱਥੋਂ ਪਾਈ ਜਦੋਂ ਆਪਸ 'ਚ ਹੁੰਦੇ ਨੇ ਤਾਂ ਇਹ ਜੋ ਨਾਲ ਦੀ ਲਿਫਟ ਹੈ ਜੋ ਕਿ ਬੰਦ ਹਾਲਤ ਦੇ ਵਿੱਚ ਹੈ ਤੇ ਲਿਫਟ ਦੇ ਵਿੱਚ ਟਕਰਾਉਂਦੇ ਨੇ ਤੇ ਇਹ ਦੋਨੋਂ ਨੌਜਵਾਨ ਹੀ ਇਕੱਠੇ ਹੀ 2nd ਫਲੋਰ ਤੋਂ ਪਹਿਲੀ ਫਲੋਰ 'ਤੇ ਡਿੱਗ ਪੈਂਦੇ ਨੇ, ਜਿਸ ਤੋਂ ਬਾਅਦ ਇੱਕ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਤੇ ਦੂਸਰਾ ਕਾਫੀ ਸੀਰੀਅਸ ਆ। ਹਜੇ ਉਹਨਾਂ ਤੋਂ ਅਸੀਂ ਡਿਟੇਲ ਦੇ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਲੈ ਸਕਦੇ ਕਿਉਂਕਿ ਉਹ ਵੀ ਕਾਫੀ ਸੀਰੀਅਸ ਆ ਤੇ ਉਹ ਵੀ ਇੱਥੇ ਐਡਮਿਟ ਆ ਹਸਪੀਟਲ ਦੇ ਵਿੱਚ। ਤੇ ਇਸ ਤੋਂ ਬਾਅਦ ਇੱਕ ਨੌਜਵਾਨ ਦੀ ਡੈਥ ਹੋ ਜਾਂਦੀ ਹੈ ਤੇ ਦੂਸਰਾ ਜੇਰੇ ਇਲਾਜ ਹੈ ਜੀ। ਹੁਣ ਸਰ ਕੀ ਕਾਰਵਾਈ? ਹੁਣ ਜੀ ਹਜੇ ਅਸੀਂ ਦੇਖਦੇ ਹਾਂ ਕਿ ਦੂਸਰੇ ਨੌਜਵਾਨ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ।
ਉਹਨਾਂ ਦੀ ਅਸੀਂ ਡਿਟੇਲ ਦੇ ਵਿੱਚ ਪੁੱਛਗਿੱਛ ਕਰਕੇ ਫਿਰ ਉਸ ਤੋਂ ਬਾਅਦ ਜੋ ਵੀ ਦੋਨਾਂ ਦੇ ਖਿਲਾਫ ਬੰਦੀ ਕਰਦੇ ਦੋਨਾਂ ਦਾ ਜਿਹੜਾ ਝਗੜਾ ਹੋਇਆ ਉਹਨਾਂ ਦੇ ਦੋਨਾਂ ਦੇ ਨਾਮ ਨੂੰ ਕੀ ਹੈ ਦੋਨਾਂ ਦੇ? ਪਹਿਲਾ ਨੌਜਵਾਨ ਜੀ ਦੀ ਡੈਥ ਹੋ ਗਈ ਹੈ ਰਾਜਵੀਰ ਸਿੰਘ son of ਬਲਵਿੰਦਰ ਸਿੰਘ ਛੱਜਲਵੱਡੀ ਦਾ। ਦੂਸਰਾ ਸਤਿੰਦਰ ਸਿੰਘ son of ਮਹਿੰਦਰ ਸਿੰਘ, ਇਹ ਸਾਡੇ ਮੁਸਤਫਾਬਾਦ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਪੰਜਾਬ ਦੇ ਵਿੱਚ ਇਸ ਵਾਰ ਹੋਣ ਜਾ ਰਿਹਾ G20 ਸੰਮੇਲਨ ਚਰਚਾਵਾਂ ਦੇ ਵਿੱਚ ਹੈ, ਕਿਉਂਕਿ ਕਈ ਤਰ੍ਹਾਂ ਦੀਆਂ ਚਰਚਾਵਾਂ G20 ਸੰਮੇਲਨ ਨੂੰ ਲੈ ਕੇ ਹੋ ਰਹੀਆਂ ਨੇ। G20 ਸੰਮੇਲਨ ਜਿਸ ਦੇ ਵਿੱਚ ਦੁਨੀਆ ਦੀਆਂ 20 ਵੱਡੀਆਂ ਤਾਕਤਾਂ ਦੇ ਲੋਕ ਹਿੱਸਾ ਲੈਂਦੇ ਨੇ, ਉਹਨਾਂ ਦੇ ਨੁਮਾਇੰਦੇ ਬੈਠ ਕੇ ਮੀਟਿੰਗ ਕਰਦੇ ਨੇ, ਰਣਨੀਤੀਆਂ ਤਿਆਰ ਹੁੰਦੀਆਂ ਨੇ ਅਤੇ ਵਪਾਰ ਅਤੇ ਲੋਕਾਂ ਦੇ ਬਾਰੇ ਨੀਤੀਆਂ ਨੇ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨੀਤੀਆਂ ਬਣਾਈਆਂ ਜਾਂਦੀਆਂ ਨੇ G20 ਸੰਮੇਲਨ ਦੇ ਵਿੱਚ। ਤਾਂ ਇਸ ਵਾਰ ਇਸ ਦੀ ਮੇਜ਼ਬਾਨੀ ਭਾਰਤ ਨੂੰ ਮਿਲੀ। ਭਾਰਤ ਦੇ ਵਿੱਚ ਪੰਜਾਬ ਅਤੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਣਾ ਆ G20 ਸੰਮੇਲਨ। ਅਤੇ G20 ਸੰਮੇਲਨ ਨੂੰ ਲੈ ਕੇ ਪਹਿਲਾਂ ਅਫਵਾਹਾਂ ਦਾ ਦੌਰ ਗਰਮ ਸੀ ਕਿ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਕਿ G20 ਸੰਮੇਲਨ ਨੂੰ ਪੰਜਾਬ ਦੇ ਵਿੱਚੋਂ ਰੱਦ ਕਰ ਦਿੱਤਾ ਗਿਆ ਹੈ। ਅਜਨਾਲਾ ਘਟਨਾ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ G20 ਸੰਮੇਲਨ ਨੂੰ ਰੱਦ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਇੱਕ ਘਟਨਾ ਪੂਰੇ ਰਾਜ ਦੇ ਬਾਰੇ ਕੁਝ ਵੀ ਨਹੀਂ ਕਹਿ ਸਕਦੀ, ਜਿਸ ਕਰਕੇ ਉਹਨਾਂ ਨੇ ਖੰਡਨ ਕੀਤਾ ਕਿ G20 ਸੰਮੇਲਨ ਨੂੰ ਨਹੀਂ ਰੱਦ ਹੋਇਆ ਤੇ ਹੋ ਰਿਹਾ। ਤੇ ਹੁਣ G20 ਸੰਮੇਲਨ ਦੀਆਂ ਤਰੀਕਾਂ ਵੀ ਸਾਹਮਣੇ ਆ ਗਈਆਂ ਨੇ ਅਤੇ ਅੱਜ ਭਗਵੰਤ ਮਾਨ ਨੇ ਅੰਮ੍ਰਿਤਸਰ ਪਹੁੰਚ ਕੇ G20 ਸੰਮੇਲਨ ਦਾ ਜਾਇਜ਼ਾ ਲਿਆ, ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ। ਪੰਜਾਬ ਵਿਧਾਨ ਸਭਾ ਬਜਟ ਇਜਲਾਸ ਤੋਂ ਬਾਅਦ ਉਹ ਸਿੱਧਾ ਅੰਮ੍ਰਿਤਸਰ G20 ਸੰਮੇਲਨ ਹੋਣ ਵਾਲੀ ਥਾਂ ਦੇ ਉੱਤੇ ਪਹੁੰਚੇ ਨੇ, ਜਿੱਥੇ ਉਹਨਾਂ ਨੇ ਤਿਆਰੀਆਂ ਦਾ ਜਾਇਜ਼ਾ ਲਿਆ। 15 ਤੋਂ ਲੈ ਕੇ 17 ਤਰੀਕ ਤੱਕ 15, 16, 17 ਮਾਰਚ ਨੂੰ ਪਹਿਲਾ ਜਿਹੜਾ ਦੌਰ ਆ ਉਹ ਹੋਵੇਗਾ G20 ਸੰਮੇਲਨ ਦਾ। 3 ਦਿਨ ਜਿਹੜਾ ਮੀਟਿੰਗਾਂ ਦਾ ਦੌਰ ਚੱਲੇਗਾ, ਮੁਲਾਕਾਤਾਂ ਹੋਣਗੀਆਂ G20 ਜਿਹੜੇ G20 ਸੰਸਥਾ ਦਾ ਹਿੱਸਾ ਨੇ ਦੇਸ਼ ਉਹਨਾਂ ਦੀਆਂ। ਅਤੇ ਉਸ ਤੋਂ ਬਾਅਦ ਅਗਲਾ ਦੌਰ 19-20 ਮਾਰਚ ਦਾ ਆ। 15, 16, 17 ਮਾਰਚ ਨੂੰ ਪਹਿਲਾਂ ਬੈਠਕਾਂ ਹੋਣਗੀਆਂ, ਸੰਮੇਲਨ ਹੋਣਗੇ ਤੇ ਅਗਲਾ ਸੰਮੇਲਨ 19-20 ਮਾਰਚ ਨੂੰ ਅੰਮ੍ਰਿਤਸਰ ਦੇ ਵਿੱਚ ਹੋਣ ਵਾਲਾ। ਤਾਂ ਤਰੀਕਾਂ ਵੀ ਸਾਹਮਣੇ ਆ ਗਈਆਂ ਨੇ ਅਤੇ ਭਗਵੰਤ ਮਾਨ ਨੇ ਅੱਜ ਪਹੁੰਚ ਕੇ ਇਸ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ। ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੈਂ ਆਇਆ। ਆਉਣ ਵਾਲੇ ਦਿਨਾਂ 'ਚ G20 ਦੇ 2 ਸੰਮੇਲਨ ਅੰਮ੍ਰਿਤਸਰ ਸਾਹਿਬ 'ਚ ਹੋਣ ਜਾ ਰਹੇ ਨੇ, ਐਜੂਕੇਸ਼ਨ ਅਤੇ ਲੇਬਰ ਤੇ। ਉਹਦੀਆਂ ਕੀ ਤਿਆਰੀਆਂ ਨੇ, ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਤੋਂ ਜਾਣਕਾਰੀ ਲਈ ਹੈ। ਔਰ ਕਿਉਂਕਿ ਹਜੇ 10 ਦਿਨ ਹੈਗੇ ਨੇ, ਉਹਨਾਂ 10 ਦਿਨਾਂ 'ਚ ਕੀ ਹੋਰ ਅੱਛਾ ਹੋ ਸਕਦਾ ਹੈ ਤਾਂ ਕਿ ਪ੍ਰਸ਼ਾਸਨ ਜਿਹੜਾ ਦਿਨ ਰਾਤ ਕੰਮ ਕਰੇ। ਔਰ ਵੈਸੇ ਵੀ ਇਕੱਲੇ G20 ਲਈ ਨਹੀਂ, ਅੰਮ੍ਰਿਤਸਰ ਸਾਹਿਬ ਜਿਹੜਾ ਹੈ ਸਾਡਾ ਪਵਿੱਤਰ ਸ਼ਹਿਰ ਹੈ, ਇਹਨੂੰ ਤਾਂ ਸਭ ਤੋਂ ਖੂਬਸੂਰਤ ਸ਼ਹਿਰ ਬਹੁਤ ਚਿਰ ਪਹਿਲਾਂ ਬਣ ਜਾਣਾ ਚਾਹੀਦਾ ਸੀ। ਸੋ ਅਸੀਂ ਇਹਨੂੰ ਇੱਕ ਖੂਬਸੂਰਤ ਸ਼ਹਿਰ ਬਣਾਵਾਂਗੇ ਕਿ ਜਿਹੜਾ ਅੰਮ੍ਰਿਤਸਰ ਇੱਕ ਵਾਰੀ ਆਵੇ ਉਹ ਇੱਕ ਵਾਰੀ ਇਹ ਪ੍ਰਭਾਵ ਜ਼ਰੂਰ ਲੈ ਕੇ ਜਾਵੇ ਕਿ ਹਾਂ ਕਿਤੇ ਗਏ ਸੀ, ਗੁਰੂ ਕੀ ਨਗਰੀ 'ਚ ਗਏ ਸੀ। ਤੇ ਬਾਕੀ ਕੱਲ ਜਿਹੜੇ ਨੇ ਅਫਵਾਹਾਂ ਫੈਲਾਈਆਂ ਸੀ ਕਿ ਸ਼ਾਇਦ G20 ਇੱਥੇ ਹੋਣਾ ਹੀ ਨਹੀਂ ਜਾਂ ਹੋਣੀ, ਇਹ ਉਹਨਾਂ ਦੀ ਬਖਲਾਹਟ ਹੈ ਜਾਂ ਉਹਨਾਂ ਦੀ ਇਹ ਕੱਲ ਕਹਿ ਲਓ ਕਿ ਜਲਦਬਾਜ਼ੀ ਹੈ ਕਿ ਉਹ ਭਗਵੰਤ ਮਾਨ ਨੂੰ ਬਦਨਾਮ ਕਰਨ ਲਈ ਜਾਂ ਗਵਰਨਮੈਂਟ ਨੂੰ ਬਦਨਾਮ ਕਰਨ ਲਈ, ਇੱਥੇ ਤੱਕ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਕੋਈ ਮੌਕਾ ਨਹੀਂ ਛੱਡਦੇ। ਭਾਵੇਂ ਉਹ ਖਬਰ ਗਲਤ ਹੀ ਹੋਵੇ, ਪਰ ਕਹਿੰਦੇ ਇੱਕ ਵਾਰੀ ਪ੍ਰੈਸ ਕਾਨਫਰੰਸ ਕਰ ਦੋ ਤਾਂ ਆਪਣੇ ਤੋਂ ਪਹਿਲਾਂ ਨਾ ਕੋਈ ਗਾਲਾਂ ਕੱਢ ਜੇ ਭਗਵੰਤ ਮਾਨ ਨੂੰ। ਸੋ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ, ਪੰਜਾਬ ਜਿਹੜਾ ਹੈ ਉਹ ਇੰਟਰਨੈਸ਼ਨਲ ਸਮਿਟ ਕਰਾਉਣ ਦੇ ਕਾਬਿਲ ਹੈ। ਵੱਡੇ ਵੱਡੇ ਫੰਕਸ਼ਨ ਪੰਜਾਬ ਜਿਹੜਾ ਹੋਸਟ ਕਰ ਚੁੱਕਿਆ। ਸੋ ਇਸ ਕਰਕੇ G20 ਸੰਮੇਲਨ ਐਸਾ ਹੋਊਗਾ, ਪੂਰੇ ਦੇਸ਼ ਦੇ ਵਿੱਚ 200 G20 ਸੰਮੇਲਨ ਹੋ ਰਹੇ ਨੇ ਕੈਟਾਗਰੀ ਵਾਈਜ਼, ਤੇ ਜਦੋਂ ਰੇਟਿੰਗ ਹੋਵੇ ਤਾਂ ਪੰਜਾਬ ਦਾ ਨੰਬਰ ਪਹਿਲਾ ਆਵੇ ਇਸ ਮਾਮਲੇ 'ਚ ਕਿ ਅਸੀਂ ਵੈਸੇ ਵੀ ਮੇਜ਼ਬਾਨੀ ਲਈ ਮੰਨੇ ਹੋਏ ਹਾਂ। ਵੀ ਆਰ ਨੋਨ ਫॉर ਆਰ ਹੌਸਪਿਟੈਲਿਟੀ। ਸੋ ਅਸੀਂ ਉਹਨਾਂ ਨੂੰ ਦਰਬਾਰ ਸਾਹਿਬ ਲੈ ਕੇ ਜਾਵਾਂਗੇ, ਅਸੀਂ ਉਹਨਾਂ ਨੂੰ ਸਕੂਲ ਦਿਖਾਵਾਂਗੇ, ਅਸੀਂ ਖਾਲਸਾ ਕਾਲਜ ਦਿਖਾਵਾਂਗੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਿਖਾਵਾਂਗੇ, ਆਪਣਾ ਕਲਚਰ ਦਿਖਾਵਾਂਗੇ। ਸੋ ਜਿੱਥੇ ਜਿੱਥੇ ਵੀ ਉਹ ਜਿਹੜੇ ਉਹਨਾਂ ਦੇ ਜਿਹੜੇ ਵਿਦੇਸ਼ਾਂ ਤੋਂ ਆਏ ਮਹਿਮਾਨ ਨੇ ਉਹ ਜਾਣਾ ਚਾਹਣਗੇ, ਅਸੀਂ ਉਹਨਾਂ ਲਈ ਬਿਲਕੁਲ ਓਪਨ ਆ, ਉਹ ਜਿੱਥੇ ਮਰਜ਼ੀ ਆਪਣਾ ਜਾ ਸਕਣ। ਨਹੀਂ ਨਹੀਂ, ਕੱਲ G20 ਕਰਕੇ ਨਹੀਂ, ਵੈਸੇ ਵੀ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਨੂੰ ਅਸੀਂ ਖੂਬਸੂਰਤ ਬਣਾਉਣਾ, ਉਹ ਸਾਡੇ ਏਜੰਡੇ ਤੇ ਹੈ। ਸੋ ਇੱਥੇ ਲਾਅ ਐਂਡ ਆਰਡਰ ਵੀ, ਇੱਥੇ ਪ੍ਰਸ਼ਾਸਨ ਵੀ ਸਾਰਾ ਮਿਲ ਕੇ ਕੰਮ ਕਰ ਰਿਹਾ। ਔਰ ਮੈਨੂੰ ਅੱਜ ਸੰਤੁਸ਼ਟੀ ਹੋਈ ਹੈ ਕਿ ਜੋ ਅਸੀਂ ਸੋਚ ਰਹੇ ਸੀ ਕਿ ਇੰਨੀ ਤਰੀਕ ਤੱਕ ਇਹ ਕੰਮ ਹੋ ਜਾਊਗਾ, ਇਸ ਤੋਂ ਬਾਅਦ ਇਹ ਕੰਮ ਹੋ ਜਾਊਗਾ, ਉਹ ਹੁਣ ਬਿਲਕੁਲ ਲੀਹ ਤੇ ਹੈ। ਤੇ ਆਮ ਲੋਕ ਵੀ ਕਹਿਣ ਲੱਗੇ ਨੇ ਕਿ ਅੰਮ੍ਰਿਤਸਰ 'ਚ ਬਦਲਾਅ ਜਿਹੜਾ ਹੈ, ਅੰਮ੍ਰਿਤਸਰ ਦੀ ਸ਼ਹਿਰ ਦੀ ਦਿੱਖ ਜਿਹੜੀ ਉਹ ਬਦਲ ਨਿਕਲੀ। ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਚਰਚਾਵਾਂ ਦੇ ਵਿੱਚ ਰਹੀ ਅਜਨਾਲਾ ਘਟਨਾ ਬਾਰੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਪਣੇ ਵਿਚਾਰ ਰੱਖੇ ਨੇ। ਗਿਆਨੀ ਕੇਵਲ ਸਿੰਘ ਨੇ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਬਿਆਨ ਵੀ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ
ਅਜਨਾਲਾ ਘਟਨਾਕ੍ਰਮ ਮਾਮਲੇ ਦੇ ਵਿੱਚ ਅਜਿਹੀਆਂ ਥਾਵਾਂ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਲੈ ਕੇ ਜਾਣਾ ਚਾਹੀਦਾ ਸੀ। ਇਸ ਦੇ ਨਾਲ ਜਿਹੜੇ ਹਾਲਾਤ ਨੇ ਉਹ ਵਿਗੜ ਸਕਦੇ ਸੀ ਜੇਕਰ ਬੇਅਦਬੀ ਹੋ ਜਾਂਦੀ ਹੈ। ਤਾਂ ਸਾਡੇ ਨਾਲ ਗੱਲਬਾਤ ਕਰਦਿਆਂ ਹੋਇਆਂ ਗਿਆਨੀ ਕੇਵਲ ਸਿੰਘ ਨੇ ਕੀ ਕੁਝ ਆਖਿਆ ਅਜਨਾਲਾ ਘਟਨਾਕ੍ਰਮ ਬਾਰੇ ਅਤੇ ਬਰਗਾੜੀ ਮਾਮਲੇ ਨੂੰ ਲੈ ਕੇ ਉਹਨਾਂ ਨੇ ਕੀ ਕੁਝ ਆਖਿਆ, ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਭਾਈ ਸਾਹਿਬ, ਜੇ ਇਸ ਕੌਮੀ ਇਨਸਾਫ ਮੋਰਚੇ ਤੋਂ ਥੋੜੀ ਹਟ ਕੇ ਗੱਲ ਕਰੀਏ, ਜਿਹੋ ਜਿਹਾ ਮਾਹੌਲ ਇਸ ਵੇਲੇ ਪੰਥ ਦੇ ਵਿੱਚ ਬਣਿਆ ਜਾ ਰਿਹਾ ਹੈ, ਪਿੱਛੇ ਅਜਨਾਲਾ ਘਟਨੇ ਦੀ ਬਹੁਤ ਚਰਚਾ ਰਹੀ ਹੈ, ਉਸ ਤੋਂ ਬਾਅਦ ਭਗਵੰਤ ਮਾਨ ਸਰਕਾਰ ਵੱਲੋਂ ਜਿਹੜਾ ਗ੍ਰਹਿ ਮੰਤਰੀ ਨਾਲ ਮਿਲਿਆ ਜਾਂਦਾ, 40 ਟੁਕੜੀਆਂ ਜਿਹੜੀਆਂ ਉਹ ਐਕਸਟਰਾ ਭੇਜਣ ਲਈ ਕਿਹਾ ਜਾਂਦਾ ਕੇਂਦਰ ਸਰਕਾਰ ਵੱਲੋਂ, ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਅਜਨਾਲਾ ਵਾਲੀ ਘਟਨਾ ਨੂੰ ਕਿਵੇਂ ਵੇਖਦੇ ਹੋ? ਕੀ ਉਹ ਸਹੀ ਘਟਨਾ ਸੀ, ਸਹੀ ਤਰੀਕੇ ਨਾਲ ਕੀਤੀ ਗਈ ਸੀ, ਜਾਂ ਉਸ ਤੋਂ ਬਾਅਦ ਜਿਹੜਾ ਸਰਕਾਰ ਦਾ ਜਿਹੜਾ ਰੋਲ ਹੈ, ਟੁਕੜੀਆਂ ਮੰਗੀਆਂ ਗਈਆਂ, ਉਹਨੂੰ ਕਿਸ ਤਰ੍ਹਾਂ ਸਮਝਦੇ ਹੋ? ਦੇਖੋ, ਅਸੀਂ ਤਾਂ ਇੱਕ ਚੀਜ਼ ਦੇਖਦੇ ਹਾਂ ਕਿ ਪੰਜਾਬ ਅੰਦਰ ਜਦੋਂ ਥੋੜ੍ਹਾ ਬਾਲਾ ਸਾਡੇ ਪੈਰ ਜ਼ਮੀਨ ਤੇ ਲੱਗਦੇ ਨੇ, ਸੁੱਖ ਸ਼ਾਂਤੀ ਹੁੰਦੀ ਹੈ, ਤੇ ਕੋਈ ਨਾ ਕੋਈ ਇਹੋ ਜਿਹੇ ਹਾਲਾਤ ਸਿਰਜੇ ਜਾਂਦੇ ਨੇ ਜਿਨ੍ਹਾਂ ਨਾਲ ਸਾਡੀ ਜਵਾਨੀ ਫਿਰ ਜਿਹੜੀ ਉਹਨੂੰ ਜਜ਼ਬਾਤੀ ਕਰਕੇ ਭਟਕਾਇਆ ਜਾਂਦਾ ਹੈ। ਤੇ ਜਵਾਨੀ ਦਾ ਖਾਜਾ ਜਿਹੜੀ ਕੇਂਦਰੀ ਹਕੂਮਤ ਜਿਹੜੀਆਂ ਉਹਦੀਆਂ ਏਜੰਸੀਆਂ ਉਹਦੇ ਜਿਹੜੇ ਸਾਰੇ ਹੱਥ ਠੋਕੇ ਨੇ ਉਹ ਬਣਾਉਣਾ ਸਦਾ ਹੀ ਲੋਚਦੀਆਂ ਨੇ। ਲੱਖਾਂ ਨੌਜਵਾਨ ਅਸੀਂ ਮਰਵਾ ਬੈਠੇ ਹਾਂ 1978 ਤੋਂ ਲੈ ਕੇ ਅੱਜ ਤੱਕ। ਸਾਡੀ ਅੱਜ ਅਰਦਾਸ ਹੈ ਕਿ ਸਾਡੇ ਪੰਜਾਬ ਦੇ ਕਿਸੇ ਨੌਜਵਾਨ ਨੂੰ ਹੁਣ ਇਹਨਾਂ ਦਾ ਖਾਜਾ ਨਾ ਬਣਨਾ ਪਵੇ, ਸਾਡਾ ਨੌਜਵਾਨ ਜ਼ਿੰਦਗੀ ਜੂ ਸਕੇ, ਪੜ੍ਹਾਈ ਵਿੱਚ ਅੱਗੇ ਆ ਕੇ ਚੰਗੇ ਅਹੁਦਿਆਂ ਤੇ ਜਾ ਕੇ ਕੌਮ ਦਾ ਸਿਰ ਉੱਚਾ ਕਰ ਸਕੇ। ਅਸੀਂ ਇਸ ਨਜ਼ਰੀਏ ਤੋਂ ਦੇਖਦੇ ਹਾਂ। ਜਿਹੜਾ ਗ੍ਰਹਿ ਮੰਤਰੀ ਨਾਲ ਮੁਲਾਕਾਤ ਹੈ ਮੁੱਖ ਮੰਤਰੀ ਦੇ, ਉੱਥੋਂ ਸਾਡੇ ਇੱਥੋਂ CRPF ਜਾਂ ਹੋਰ ਏਜੰਟ ਟੁਕੜੀਆਂ ਲੱਗਣਾ, ਇਹ ਮੇਰੇ ਪੰਜਾਬ ਵਾਸਤੇ ਦੁਖਦਾਇਕ ਪੱਖ ਹੈ। ਅਸੀਂ ਇਹਨਾਂ ਤਾਕਤਾਂ ਨਾਲ ਬਹੁਤ ਜੂਝੇ ਹਾਂ, ਇਹਨਾਂ ਨੇ ਬਹੁਤ ਸਾਰਾ ਨੁਕਸਾਨ ਕੀਤਾ ਹੈ। ਅਸੀਂ ਸਾਨੂੰ ਖਤਰੇ ਡਰ ਲੱਗਦਾ ਹੈ ਕਿ ਜਦੋਂ ਇਹ ਚੀਜ਼ਾਂ ਟੁਕੜੀਆਂ ਸਾਡੇ ਪੰਜਾਬ 'ਚ ਖੜੀਆਂ ਹੋਣਗੀਆਂ ਤੇ ਸਾਡਾ ਨੌਜਵਾਨ ਸੁਰੱਖਿਅਤ ਨਹੀਂ ਰਹੇਗਾ। ਇਸ ਕਰਕੇ ਇਹਨਾਂ ਤੋਂ ਬਾਹਰ ਜਾਣਾ ਚਾਹੀਦਾ ਹੈ। ਕੇਂਦਰੀ ਹਕੂਮਤ ਨੂੰ ਵੀ ਪੰਜਾਬ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਤੇ ਸਾਡੇ ਮੁੱਖ ਮੰਤਰੀ ਨੂੰ ਸਿਆਣੇ ਮੁੱਖ ਮੰਤਰੀ ਤੌਰ ਤੇ ਪੇਸ਼ ਆਉਣਾ ਚਾਹੀਦਾ ਹੈ ਕਿ ਸਾਡੀ ਪੁਲਿਸ ਸਾਡੇ ਕੋਲ ਹੈਗੀ ਹੈ, ਅਸੀਂ ਆਪਣਾ ਪ੍ਰਬੰਧ ਆਪੇ ਕਰਾਂਗੇ, ਸਾਨੂੰ ਤੁਹਾਡੇ ਕਿਸੇ ਫੋਰਸ ਦੀ ਲੋੜ ਜਿਹੜੀ ਹੈ ਉਹ ਨਹੀਂ ਹੈਗੇ। ਆਪਣਾ ਵਕਾਰ ਆਪਣੇ ਹੱਥ ਵਿੱਚ ਹੈ, ਇਹਨਾਂ ਨੀਵਾਂ ਨਹੀਂ ਡਿੱਗਣਾ ਚਾਹੀਦਾ। ਅਸੀਂ ਉਹਨਾਂ ਕੋਲ ਫੋਰਸਾਂ ਲੈ ਕੇ ਪੰਜਾਬ ਦਾ ਖਜ਼ਾਨਾ ਵੀ ਲਟਾਈਏ ਤੇ ਆਪਣੀ ਇੱਜ਼ਤ ਆਬਰੂ ਉਹਨਾਂ ਦੇ ਹੱਥ ਵਿੱਚ ਕਰੀਏ। ਭਾਈ ਸਾਹਿਬ, ਤੁਸੀਂ ਜਥੇਦਾਰ ਵਜੋਂ ਸੇਵਾ ਲੰਬੇ ਸਮੇਂ ਜਿਹੜੀ ਹੈ ਸੇਵਾ ਨਿਭਾਈ ਹੈ, ਜਿਹੜੀ ਅਜਨਾਲਾ ਘਟਨਾ ਨੂੰ ਲੈ ਕੇ ਇੱਕ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਮੇਟੀ ਵੀ ਬਣਾਈ ਗਈ ਹੈ ਵੀ ਉੱਤੇ ਜਿਹੜੀ ਪੜਤਾਲ ਕਰੇ, ਤੇ ਉਸ ਤੋਂ ਬਾਅਦ ਚਲੋ ਉਹ ਭਾਈ ਅੰਮ੍ਰਿਤਪਾਲ ਸਿੰਘ ਕਿਹਾ ਜੀ, ਉਹਨੂੰ ਕਹਿੰਦੇ ਜੀ ਨਹੀਂ ਸਾਨੂੰ ਸੱਦਣਗੇ ਤੇ ਅਸੀਂ ਜ਼ਰੂਰ ਜਾਵਾਂਗੇ। ਲੇਕਿਨ ਜੇਕਰ ਤੁਹਾਡਾ ਜੇ ਪੱਖ ਮੈਂ ਜਾਣਨਾ ਚਾਹਾਂ ਕਿ ਜਿਹੜਾ ਉੱਥੇ ਘਟਨਾ ਹੋਈ ਗੁਰੂ ਗ੍ਰੰਥ ਸਾਹਿਬ ਨੂੰ ਜਿਸ ਤਰ੍ਹਾਂ ਪਾਲਕੀ ਸਾਹਿਬ ਲੈ ਕੇ ਗਏ ਉੱਥੇ ਇਹ ਥਾਣੇ ਵਿੱਚ ਗਈ ਜਾਂ ਉੱਥੇ ਜਿਹੜੀ ਹੈ ਵਹੀਰ ਕਹਿ ਲਈਏ ਉਹਨੂੰ ਜਾਂ ਲੋਕਾਂ ਦੇ ਨਾਲ ਗਈ, ਜਿਸ ਮਾਹੌਲ 'ਚ ਗਈ, ਕੀ ਉਹ ਠੀਕ ਸੀ? ਦੇਖੋ, ਉਸ ਮਾਹੌਲ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਬਿਲਕੁਲ ਹੀ ਨਹੀਂ ਸੀ ਖੜਨਾ ਚਾਹੀਦਾ। ਉਹ ਖੜਨਾ ਗਲਤ ਹੈ ਤੇ ਇਸ ਕਰਕੇ ਅਕਾਲ ਤਖ਼ਤ ਜਥੇਦਾਰ ਨੂੰ ਸਬ ਕਮੇਟੀ ਬਣਾਉਣ ਦੀ ਲੋੜ ਨਹੀਂ ਸੀ। ਉਹਨੂੰ ਸਿੱਧਾ ਕੌਮ ਨੂੰ ਸੁਨੇਹਾ ਦੇਣਾ ਚਾਹੀਦਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਸਾਰੇ ਸੰਸਾਰ ਦੇ ਸਾਡੇ ਲਈ ਸਰਵੋਤਮ ਹੈ। ਇਹਨੂੰ ਕਿਸੇ ਵੀ ਇਸ ਤਰ੍ਹਾਂ ਦੇ ਰੂਪ ਵਿੱਚ ਕਦੀ ਵੀ ਨਹੀਂ ਸੱਚੇ ਪਾਤਸ਼ਾਹ ਨਾਲ ਲੈ ਕੇ ਜਾਣਾ ਚਾਹੀਦਾ। ਇਹ ਸਬ ਕਮੇਟੀਆਂ ਬਣਾਉਣਾ ਸਾਡੇ ਅੰਦਰ ਦੀ ਕਮਜ਼ੋਰੀ ਡਰਪੋਕਤਾ ਦਾ ਪ੍ਰਤੀਕ ਹੈ। ਇਸ ਕਰਕੇ ਕੌਮ ਨੂੰ ਦੁਬਿਧਾ ਵਿੱਚ ਪਾਉਣ ਵਾਲੀ ਗੱਲ ਹੈਗੀ ਹੈ। ਇਹ ਦੁਬਿਧਾ ਵਿੱਚ ਪਾਏ ਤੋਂ ਬਗੈਰ ਜਿਹੜਾ ਸੀ ਉਹਨਾਂ ਨੂੰ 2 ਅੱਖਰ ਬੜੇ ਸਪਸ਼ਟ ਕਹਿਣ ਦੀ ਲੋੜ ਸੀ, ਜਿਹੜੇ ਉਹ ਨਹੀਂ ਕਹੇ। ਤੇ ਮੈਂ ਮੰਨਦਾ ਹਾਂ ਕਿ ਕੌਮ ਦੇ ਲਈ ਉਹਨਾਂ ਦੀ ਚੁੱਪ ਜਾਂ ਇਸ ਤਰ੍ਹਾਂ ਦਾ ਪੈਤੜਾ ਜਿਹੜਾ ਹੈ ਸਾਡੇ ਵਾਸਤੇ ਇਹ ਨੁਕਸਾਨਦਾਇਕ ਹੈ। ਕੌਮ ਨੂੰ ਦੁਬਿਧਾ ਦੇ ਘਰ ਧੱਕਾ ਦੇਣ ਵਾਲੀ ਗੱਲ ਹੈ। ਹੁਣ ਕੀ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਥੇਦਾਰ ਸਾਹਿਬ? ਦੇਖੋ, ਸਾਡੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਉਹ ਵਿਦਿਆ ਵਾਲੇ ਪਾਸੇ ਅੱਗੇ ਆਉਣ, ਸਿੱਖ ਇਤਿਹਾਸ ਪੜ੍ਹਨ, ਆਪਣੇ ਆਪੇ ਨੂੰ ਯੋਗਤਾ ਦੇ ਖੇਤਰ 'ਚ ਲੈ ਕੇ ਅੱਗੇ ਪੈਂਤੜੇ ਜਾ ਕੇ ਵੱਡੇ ਅਹੁਦਿਆਂ 'ਤੇ ਜਾ ਕੇ ਬੈਠਣ ਜਿੱਥੋਂ ਇਨਸਾਫ ਮਿਲਦੇ ਨੇ। ਅੱਜ ਅਸੀਂ ਦੇਖਦੇ ਹਾਂ ਬਿਊਰੋਕਰੇਟ ਦੇ ਵਿੱਚ ਅੱਜ ਜਿਹੜਾ ਸਿੱਖ ਨੌਜਵਾਨ ਹੈ ਉਹਦੀ ਹਾਜ਼ਰੀ ਬਿਲਕੁਲ ਖਤਮ ਹੁੰਦੀ ਤੁਰੀ ਜਾ ਰਹੀ ਹੈ। ਤੇ ਉਹਨਾਂ ਪਦਵੀਆਂ ਸਾਡੇ ਲਈ ਜਿਹੜੀ ਬਣੀਆਂ ਨੇ ਉੱਥੇ ਸਾਡੇ ਨੌਜਵਾਨ ਜਾ ਕੇ ਬਹਿਣਾ ਚਾਹੀਦਾ ਹੈ ਤੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ। ਅਜਨਾਲਾ ਥਾਣਾ ਘਟਨਾਕ੍ਰਮ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬਿਆਨ ਦਿੱਤਾ ਸੀ ਕਿ ਉਹ ਅਜਨਾਲਾ ਘਟਨਾਕ੍ਰਮ ਵਰਗੀਆਂ ਪਰਿਸਥਿਤੀਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੈ ਕੇ ਜਾਣ ਦੇ ਉੱਤੇ ਵਿਚਾਰ ਕਰੇਗੀ। ਧਰਨਿਆਂ ਮੁਜ਼ਾਹਰਿਆਂ ਦੇ ਵਿੱਚ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਣਾ ਚਾਹੀਦਾ ਜਾਂ ਨਹੀਂ ਚਾਹੀਦਾ, ਇਸ ਮਾਮਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਬਣਾਉਣ ਦਾ ਵੀ ਵਿਚਾਰ ਪੇਸ਼ ਕੀਤਾ ਸੀ ਕਿ ਇਸ ਮਾਮਲੇ ਦੇ ਵਿੱਚ ਇੱਕ ਕਮੇਟੀ ਬਣਾਈ ਜਾਵੇਗੀ, ਜਿਹੜੀ ਕਮੇਟੀ ਇਹ ਫੈਸਲਾ ਲਵੇਗੀ ਕਿ ਧਰਨਿਆਂ ਮੁਜ਼ਾਹਰਿਆਂ ਵਾਲੀਆਂ ਥਾਵਾਂ ਦੇ ਉੱਤੇ ਜਾਂ ਅਜਨਾਲਾ ਘਟਨਾ ਵਰਗੀਆਂ ਥਾਵਾਂ ਦੇ ਉੱਤੇ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਣਾ ਚਾਹੀਦਾ ਹੈ ਜਾਂ ਨਹੀਂ ਲੈ ਕੇ ਜਾਣਾ ਚਾਹੀਦਾ। ਤਾਂ ਇਸ 15 ਮੈਂਬਰੀ ਕਮੇਟੀ ਜਿਸ ਦਾ ਗਠਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ, ਜਿਸ ਦੇ ਵਿੱਚ ਸਿੱਖ ਪੰਥ ਦੇ ਵੱਡੇ ਨਾਮ ਸ਼ਾਮਿਲ ਸਨ, ਤਾਂ ਇਸ 15 ਮੈਂਬਰੀ ਕਮੇਟੀ ਨੇ ਆਪਣੀ
ਰਿਪੋਰਟ ਬਣਾ ਲਈ ਹੈ, ਰਿਪੋਰਟ ਤਿਆਰ ਕਰ ਲਈ ਗਈ ਹੈ, ਪਰ ਇਸ ਰਿਪੋਰਟ ਨੂੰ ਫਿਲਹਾਲ ਇੱਕ ਲਿਫਾਫੇ ਦੇ ਵਿੱਚ ਸੀਲਬੰਦ ਕਰਕੇ ਰੱਖ ਦਿੱਤਾ ਗਿਆ ਹੈ। ਤਾਂ ਇਹ ਰਿਪੋਰਟ ਕਰਨੈਲ ਸਿੰਘ ਪੀਰ ਮੁਹੰਮਦ ਦੇ ਕੋਲ ਲਿਫਾਫਾ ਸੀਲਬੰਦ ਕਰਕੇ ਰੱਖ ਦਿੱਤੀ ਗਈ ਹੈ ਤੇ ਇਸ ਰਿਪੋਰਟ ਨੂੰ ਹੁਣ ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਪਹੁੰਚਦੀ ਕਰਨਗੇ ਅਤੇ ਉਹ ਇਸ ਮਾਮਲੇ ਦੇ ਵਿੱਚ ਜਿਹੜਾ ਆਪਣਾ ਅੱਗੇ ਕੋਈ ਹੁਕਮ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਸੁਣਾ ਸਕਦੇ ਨੇ। ਇਸ ਰਿਪੋਰਟ ਨੂੰ ਪੜ੍ਹਨਗੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਉੱਤੇ ਵਿਚਾਰ ਚਰਚਾ ਕੀਤੀ ਜਾਊਗੀ। ਇਸ ਰਿਪੋਰਟ ਤੋਂ ਬਾਅਦ ਇਸ ਰਿਪੋਰਟ ਦੇ ਵਿੱਚ ਕੀ ਹੈ ਕੀ ਨਹੀਂ, ਇਸ ਗੱਲ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ ਕਿ ਆਖਰ ਇਸ 15 ਮੈਂਬਰੀ ਕਮੇਟੀ ਨੇ ਕੀ ਰਿਪੋਰਟ ਤਿਆਰ ਕੀਤੀ ਹੈ, ਜਾਂ ਇਹ ਰਿਪੋਰਟ ਅਜਿਹੀਆਂ ਥਾਵਾਂ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਜਾਣ ਦੇ ਪੱਖ ਦੇ ਵਿੱਚ ਹੈ ਜਾਂ ਵਿਰੋਧ ਦੇ ਵਿੱਚ ਹੈ। ਇਸ ਗੱਲ ਦਾ ਖੁਲਾਸਾ ਹੋਣਾ ਬਾਕੀ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਦ ਇਸ ਰਿਪੋਰਟ ਨੂੰ ਹਾਲੇ ਤੱਕ ਜਨਤਕ ਨਹੀਂ ਕੀਤਾ, ਸੀਲਬੰਦ ਲਿਫਾਫੇ ਦੇ ਵਿੱਚ ਰੱਖਿਆ ਅਤੇ ਇਸ ਰਿਪੋਰਟ ਨੂੰ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਸ ਪਹੁੰਚਾਇਆ ਜਾਊਗਾ। ਗਿਆਨੀ ਹਰਪ੍ਰੀਤ ਸਿੰਘ ਜੀ ਪਾਸ ਇਸ ਰਿਪੋਰਟ ਨੂੰ ਪਹੁੰਚਾਇਆ ਜਾਊਗਾ, ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਇਸ ਮਾਮਲੇ ਦੇ ਵਿੱਚ, ਅਕਾਲ ਤਖਤ ਸਾਹਿਬ ਇਸ ਮਾਮਲੇ ਦੇ ਵਿੱਚ ਕੋਈ ਫੈਸਲਾ ਲਵੇਗਾ ਕਿ ਧਰਨਿਆਂ ਮੁਜ਼ਾਹਰਿਆਂ ਵਾਲੀਆਂ ਥਾਵਾਂ ਦੇ ਉੱਤੇ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੈ ਕੇ ਜਾਣਾ ਚਾਹੀਦਾ ਜਾਂ ਨਹੀਂ ਲੈ ਕੇ ਜਾਣਾ ਚਾਹੀਦਾ। ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਤੇ ਸਭ ਦੀਆਂ ਨਿਗਾਹ ਟਿਕੀਆਂ ਰਹਿਣਗੀਆਂ ਕਿ ਆਖਰ ਉਹ ਧਰਨਿਆਂ ਮੁਜ਼ਾਹਰਿਆਂ ਵਾਲੀਆਂ ਥਾਵਾਂ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਣ ਦੇ ਮਾਮਲੇ ਦੇ ਵਿੱਚ ਕੀ ਫੈਸਲਾ ਸੁਣਾਉਂਦੇ ਨੇ। ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਮਿਤੀ 27/2/2023 ਨੂੰ ਇੱਕ 16 ਮੈਂਬਰੀ ਕਮੇਟੀ ਦਾ ਸੰਗਠਨ ਕੀਤਾ ਗਿਆ ਸੀਗਾ, ਜਿਹਦੇ ਵਿੱਚ ਪ੍ਰਧਾਨ ਸ਼੍ਰੋਮਣੀ ਕਮੇਟੀ, ਪ੍ਰਧਾਨ ਦਿੱਲੀ ਕਮੇਟੀ, ਪ੍ਰਧਾਨ ਚੀਫ ਖਾਲਸਾ ਦੀਵਾਨ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ, ਸੰਤ ਬਾਬਾ ਬਲਵੀਰ ਸਿੰਘ ਜੀ 96 ਕਰੋੜੀ, ਜਥੇਦਾਰ ਬਾਬਾ ਅਵਤਾਰ ਸਿੰਘ ਜੀ ਪੰਥ ਅਕਾਲੀ ਤਰਨਾ ਦਲ, ਬਾਬਾ ਗੱਜਣ ਸਿੰਘ ਜੀ, ਬਾਬਾ ਮੇਜਰ ਸਿੰਘ ਜੀ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ, ਸਿੱਖ ਮਿਸ਼ਨਰੀ ਕਾਲਜ ਚੌਂਤਾ, ਰਜਿੰਦਰ ਸਿੰਘ ਜੀ ਮਹਿਤਾ, ਸਰਦਾਰ ਪਰਮਵੀਰ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇੰਦਰਜੀਤ ਸਿੰਘ ਜੀ ਗੋਗੋਆਣੀ, ਸਰਦਾਰ ਅਮਰਜੀਤ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਔਰ ਉਹਨਾਂ ਦੇ ਨਾਲ ਸਰਦਾਰ ਤਲਵਿੰਦਰ ਸਿੰਘ ਜੀ ਬੁੱਟਰ, ਪੱਤਰਕਾਰ ਤੇ ਸਰਦਾਰ ਕਰਨੈਲ ਸਿੰਘ ਜੀ ਪੰਜੌਲੀ, ਕਰਨੈਲ ਸਿੰਘ ਜੀ ਪੀਰ ਮੁਹੰਮਦ, ਇਹ ਸਬ ਕਮੇਟੀ ਦੇ ਕੋਆਰਡੀਨੇਟਰ ਸੀ। ਤੇ ਬਾਕੀ 15 ਮੈਂਬਰੀ ਕਮੇਟੀ ਦੇ ਸਾਰੇ ਮੈਂਬਰ ਅੱਜ ਇੱਥੇ ਸਤਿਕਾਰਤ ਪਹੁੰਚੇ ਸੀ। ਉਹਨਾਂ ਸਾਰਿਆਂ ਦੀ ਵੀਡੀਓਗ੍ਰਾਫੀ ਦੇ ਤੌਰ ਦੇ ਉੱਤੇ ਕਿਹੜੇ ਨੇ ਕੀ ਵਿਚਾਰ ਰੱਖੇ, ਉਹ ਸਾਰੇ ਵੀ ਜਥੇਦਾਰ ਸਾਹਿਬ ਜੀ ਦੇ ਹੁਕਮ ਅਨੁਸਾਰ ਉਹ ਵੀਡੀਓਗ੍ਰਾਫੀ ਉਹਨਾਂ ਦੀ ਕੀਤੀ ਗਈ ਤੇ ਬੈਠ ਕੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਿਆ, ਜਿਹੜਾ ਫੈਸਲਾ ਸੀਲਬੰਦ ਕਰਕੇ ਕੋਆਰਡੀਨੇਟਰ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਦੇ ਸਪੁਰਦ ਕੀਤਾ ਗਿਆ, ਕਿਉਂਕਿ ਇਹ ਕੋਆਰਡੀਨੇਟਰ ਆ ਕਮੇਟੀ ਦੇ। ਇਹ ਹੁਣ ਸਿੰਘ ਸਾਹਿਬਾਨ ਨੂੰ ਪਹੁੰਚਾ ਦੇਣਗੇ ਤੇ ਅੱਗੋਂ ਜਿਹੜਾ ਸਿੰਘ ਸਾਹਿਬਾਨ ਫਿਰ ਉਹਦੇ ਤੇ ਪੰਜ ਸਿੰਘ ਸਾਹਿਬਾਨ ਇਕੱਤਰ ਹੋਣਗੇ, ਜੋ ਹੁਣ ਤੱਕ ਦੀ ਖਬਰ ਸੀ, ਤੇ ਉਹ ਫਿਰ ਇਕੱਤਰ ਹੋ ਕੇ ਤੇ ਜਿਹੜਾ ਉਹ ਫੈਸਲਾ ਫਿਰ ਉਹ ਲੈਣਗੇ। ਸੋ ਅੱਜ ਕਮੇਟੀ ਨੇ ਉਹ ਸੀਲਬੰਦ ਰਿਪੋਰਟ ਇਹਨਾਂ ਨੂੰ ਸੌਂਪ ਦਿੱਤੀ ਹੈ। ਅੰਮ੍ਰਿਤਸਰ ਦਾ ਰੀਗੋ ਬ੍ਰਿਜ ਜਿਹੜਾ ਕਿ 129 ਸਾਲ ਪੁਰਾਣਾ ਹੈ ਅਤੇ ਇਸ ਦੀ ਮਿਆਦ ਮੁੱਕ ਚੁੱਕੀ ਹੈ ਅਤੇ ਕਿਸੇ ਵੀ ਵੇਲੇ ਇਸ ਬ੍ਰਿਜ ਦੇ ਉੱਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਪਰ ਇਸ ਬ੍ਰਿਜ ਨੂੰ ਹਾਲੇ ਤੱਕ ਬੰਦ ਨਹੀਂ ਕੀਤਾ ਗਿਆ। ਮਿਆਦ ਪੁੱਗਣ ਤੋਂ ਬਾਅਦ ਵੀ ਇਸ ਬ੍ਰਿਜ ਨੂੰ ਬੰਦ ਨਹੀਂ ਕੀਤਾ ਗਿਆ। ਤਾਂ MP ਗੁਰਜੀਤ ਔਜਲਾ ਨੇ ਇਸ ਮਸਲੇ ਨੂੰ ਚੱਕਿਆ। ਇਸ ਮਸਲੇ ਨੂੰ ਚੱਕ ਕੇ ਉਹਨਾਂ ਨੇ ਲੋਕਾਂ ਦੇ ਸਾਹਮਣੇ ਵੀ ਰੱਖਿਆ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਇਹ ਬ੍ਰਿਜ ਰੇਲਵੇ ਦੇ ਅੰਡਰ ਪੈਂਦਾ ਆ, ਰੇਲਵੇ ਵਿਭਾਗ ਦੇ ਅਧੀਨ ਇਹ ਬ੍ਰਿਜ ਆਉਂਦਾ। ਰੀਗੋ ਬ੍ਰਿਜ ਜਿਹੜਾ ਕਿ 129 ਸਾਲ ਪੁਰਾਣਾ ਅਤੇ ਜਿਸ ਦੀ ਮਿਆਦ ਪੁੱਗ ਚੁੱਕੀ ਆ, ਪਰ ਜਿਸ ਨੂੰ ਹਾਲੇ ਵੀ ਚਾਲੂ ਹਾਲਤ ਦੇ ਵਿੱਚ ਰੱਖਿਆ ਹੋਇਆ ਹੈ। ਤਾਂ MP ਗੁਰਜੀਤ ਔਜਲਾ ਨੇ ਕਿਹਾ ਹੈ ਕਿ ਉਹਨਾਂ ਨੇ ਰੇਲਵੇ ਵਿਭਾਗ ਨੂੰ ਵੀ ਜਿਹੜੇ ਖੱਤ ਨੇ ਉਹ ਪਾਏ ਨੇ ਅਤੇ ਉਹਨਾਂ ਦੇ ਕੋਲ ਵੀ ਇਸ ਬ੍ਰਿਜ ਨੂੰ ਬੰਦ ਕਰਨ ਦੀ ਜਾਂ ਇੱਥੇ ਇੱਕ ਨਵਾਂ ਬ੍ਰਿਜ ਦੀ ਮੁੜ ਉਸਾਰੀ ਕਰਨ ਦੀ ਜਿਹੜੀ ਮੰਗ ਆ ਉਹ ਰੱਖੀ ਹੈ। ਪਰ ਅੰਮ੍ਰਿਤਸਰ ਦਾ ਰੀਗੋ ਬ੍ਰਿਜ ਜਿਹੜਾ 129 ਸਾਲ ਪੁਰਾਣਾ ਹੋ ਚੁੱਕਿਆ ਅਤੇ ਇਸ ਦੀ ਮਿਆਦ ਪੁੱਗ ਚੁੱਕੀ ਹੈ, ਵੱਡੀਆਂ ਦੁਰਘਟਨਾਵਾਂ ਨੂੰ ਆਵਾਜ਼ਾਂ ਮਾਰ ਰਿਹਾ ਹੈ ਬ੍ਰਿਜ, ਪਰ ਇਸ ਬ੍ਰਿਜ ਨੂੰ ਹਾਲੇ ਤੱਕ ਬੰਦ ਨਹੀਂ ਕੀਤਾ ਗਿਆ। ਹਾਲਾਂਕਿ ਭਾਰੀ ਵਾਹਨਾਂ ਨੂੰ ਇੱਥੇ ਪਹੁੰਚਣ ਦੇ ਉੱਤੇ ਜਾਂ ਇਸ ਤੋਂ ਉੱਤੇ ਦੀ ਲੰਘਣ ਦੇ ਉੱਤੇ ਰੋਕ ਲਗਾ ਦਿੱਤੀ ਹੋਈ ਹੈ, ਪਰ ਫਿਰ ਵੀ ਇਸ ਬ੍ਰਿਜ ਨੂੰ
ਹਾਲੇ ਤੱਕ ਚਾਲੂ ਰੱਖਿਆ ਹੋਇਆ ਇਸ ਬ੍ਰਿਜ ਦੀ ਮਿਆਦ ਹੈ ਜਿਹੜੀ ਪੁੱਗ ਚੁੱਕੀ ਹੈ। ਖਤਰੇ ਦੀ ਕਗਾਰ ਦੇ ਉੱਤੇ ਇਹ ਬ੍ਰਿਜ ਆ ਚੁੱਕਿਆ ਹੈ, ਪਰ ਪ੍ਰਸ਼ਾਸਨ ਦੇ ਵੱਲੋਂ ਜਾਂ ਰੇਲਵੇ ਵਿਭਾਗ ਦੇ ਵੱਲੋਂ ਇਸ ਬ੍ਰਿਜ ਨੂੰ ਹਾਲੇ ਤੱਕ ਨਾ ਤਾਂ ਬੰਦ ਕੀਤਾ ਗਿਆ ਨਾ ਇੱਥੇ ਨਵੇਂ ਬ੍ਰਿਜ ਦੀ ਉਸਾਰੀ ਕੀਤੀ ਜਾ ਰਹੀ ਹੈ। ਮੈਂ ਰੀਗੋ ਬ੍ਰਿਜ ਤੇ ਇਸ ਸਮੇਂ ਖੜੇ ਆਪਾਂ, ਜਿਹਦਾ ਬਹੁਤ ਵੱਡਾ ਮਸਲਾ ਪਿਛਲੇ ਕਰੀਬ 4-5 ਮਹੀਨੇ ਤੋਂ 5-6 ਮਹੀਨਿਆਂ ਤੋਂ ਚੱਲ ਰਿਹਾ ਆ, ਕਿਉਂਕਿ ਇਹ ਅਨਸੇਫ ਡਿਕਲੇਅਰ ਕਰ ਦਿੱਤਾ ਗਿਆ। ਇਹਦੇ ਕਰਕੇ ਇਹਦੇ ਤੇ ਕੋਈ ਟ੍ਰੈਫਿਕ ਨਹੀਂ ਜਾ ਸਕਦੀ, ਘਾਤਕ ਹੋ ਸਕਦਾ ਆ। ਇਹਦੇ ਵਾਸਤੇ ਜਦੋਂ ਇਹ ਮਸਲਾ ਮੇਰੇ ਧਿਆਨ 'ਚ ਆਇਆ, ਮੈਂ ਉਸੇ ਵੇਲੇ ਇਹ ਮਸਲਾ ਜਿਹੜਾ ਆ ਰੇਲਵੇ ਦੇ ਨਾਲ ਉਠਾਇਆ, ਕਿਉਂਕਿ ਇਹ ਰੇਲਵੇ ਦਾ ਬ੍ਰਿਜ ਹੈ। ਉਹਦੇ ਵਿੱਚ ਜਦੋਂ ਰੇਲਵੇ ਦੇ ਧਿਆਨ 'ਚ ਗਿਆ, ਪਹਿਲਾਂ ਉਹਨਾਂ ਨੇ ਕਿਹਾ ਕਿ ਇਹ ਅਸੀਂ ਪ੍ਰਸ਼ਾਸਨ ਦੇ ਨਾਲ ਸਲਾਹ ਕਰਦੇ ਹਾਂ। ਮੈਂ ਪਹਿਲੀ ਮੀਟਿੰਗ 16 ਨਵੰਬਰ ਨੂੰ GM ਨਾਰਥਰਨ ਰੇਲਵੇ ਦਾ ਚੰਡੀਗੜ੍ਹ ਆਉਂਦਾ ਆ, ਜਿਹਦੇ ਵਿੱਚ ਮੈਂ ਇਹ ਮਸਲਾ ਬੜੀ ਮਤਲਬ ਜ਼ੋਰ ਦੇ ਨਾਲ ਉਠਾਇਆ, ਔਰ ਉਹਦੀ ਵੀਡੀਓ ਵੀ ਬਕਾਇਦਾ ਮੌਜੂਦ ਆ, ਔਰ ਉਹਦੇ ਮਿੰਟ ਦੇ ਵਿੱਚ ਵੀ ਉਸ ਮੀਟਿੰਗ ਦੇ ਮਿੰਟ ਦੇ ਵਿੱਚ ਜਿਹੜੀਆਂ ਡਿਮਾਂਡਸ ਨੇ ਅੰਮ੍ਰਿਤਸਰ ਦੀਆਂ, ਉਹਦੇ ਵਿੱਚ ਵੀ ਇਹ ਦਿੱਤਾ ਗਿਆ। ਉਹਦੀ ਵੀਡੀਓ ਵੀ ਤੁਹਾਨੂੰ ਮਿਲ ਜਾਏਗੀ, ਉਹ ਵੀ ਵੀਡੀਓ ਵੀ ਤੁਹਾਡੀ ਸੋਸ਼ਲ ਮੀਡੀਆ ਤੇ ਮੈਂ ਪਾਵਾਂਗਾ। 16 ਨਵੰਬਰ ਤੋਂ ਬਾਅਦ ਫਿਰ ਮੈਂ ਲਗਾਤਾਰ GM ਦੇ ਕੰਟੈਕਟਸ DRM ਦੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ। DRM ਉਸ ਸਮੇਂ ਸਾਡੇ ਨਾਲ ਗੱਲ ਨਹੀਂ ਸੀ ਕਰ ਰਹੀ, ਮੈਡਮ ਸੀਮਾ। ਸੋ ਮੈਂ ਰੇਲਵੇ ਮਿਨਿਸਟਰ ਨੂੰ, ਫਿਰ ਸਾਡਾ ਪਾਰਲੀਮੈਂਟ ਸ਼ੁਰੂ ਹੋਇਆ 23 ਦਸੰਬਰ ਨੂੰ, ਮੈਂ ਔਰ ਸਵਰਗੀ ਸੰਤੋਖ ਚੌਧਰੀ ਜੀ ਦੋਵੇਂ ਇਕੱਠੇ ਜਾਂਦੇ ਆ। ਉਹਦੇ 'ਚ ਇੱਕ ਮੁੱਦਾ ਸਾਡਾ ਸਾਂਝਾ ਸੀ, ਬੰਦੇ ਭਾਰਤ ਟ੍ਰੇਨ ਚਲਾਉਣ ਦਾ, ਕਿ ਬੰਦੇ ਭਾਰਤ ਟ੍ਰੇਨ ਅੰਮ੍ਰਿਤਸਰ ਨੂੰ ਚਲਾਈ ਜਾਵੇ। ਦੂਜਾ ਮੁੱਦਾ ਆਪੋ ਆਪਣਾ ਸੀ। ਮੇਰਾ ਮੁੱਦਾ ਸੀ ਰੀਗੋ ਬ੍ਰਿਜ ਦਾ। ਜਦੋਂ ਮੈਂ ਅਸ਼ਵਨੀ ਜੀ ਨੂੰ ਦੱਸਿਆ, ਸਾਡੇ ਮਾਨਯੋਗ ਰੇਲਵੇ ਮਿਨਿਸਟਰ ਨੂੰ, ਕਿ ਪੁਲ 129 ਸਾਲ ਪੁਰਾਣਾ ਆ, ਪਹਿਲੀ ਗੱਲ ਤੇ ਉਸੇ ਸਮੇਂ ਉਹਨਾਂ ਦੇ ਸ਼ੌਕ ਹੋ ਗਏ ਕਿ ਅੱਛਾ 129 ਸਾਲ ਪੁਰਾਣਾ। ਮੈਂ ਕਿਹਾ ਜੀ ਮੈਂ ਕਿਹਾ ਜੀ 50 ਸਾਲੇ ਦੀ ਮਿਆਦ ਸੀ, ਪਰ ਇਹ ਦੁਬਾਰਾ ਨਵਾਂ ਨਹੀਂ ਬਣਿਆ, ਇੱਕ ਵਾਰੀ ਸਿਰਫ ਇਹਦੀ ਰਿਪੇਅਰ ਲੱਗੀ ਆ। ਹੁਣ ਇਸ ਵੇਲੇ ਇਹ ਪੁਲ ਤੁਸੀਂ ਸਾਨੂੰ ਬਣਾ ਕੇ ਦਿਓ। ਉਹ ਮੈਨੂੰ ਆਂਦੇ ਜੀ ਬਿਲਕੁਲ ਠੀਕ ਹੈ। ਉਹਨਾਂ ਨੇ ਵੈਰੀ ਇੰਪੋਰਟੈਂਟ, ਉਹਨਾਂ ਕੋਲ ਮੇਰੀ ਚਿੱਠੀ ਹੋਏਗੀ ਰਿਕਾਰਡ 'ਚ, ਉਹਨਾਂ ਨੇ ਚਿੱਠੀ ਤੇ ਵੈਰੀ ਇੰਪੋਰਟੈਂਟ ਦੇਖ ਕੇ ਆਪਣੇ PM ਨੂੰ ਦਿੱਤਾ ਕਿ ਇਮੀਡੀਏਟਲੀ ਇੱਥੇ ਐਕਸ਼ਨ ਲੈ ਕੇ ਮੈਨੂੰ ਦੱਸਿਆ ਜਾਵੇ। ਫਿਰ ਮੈਂ ਇਹਦੇ ਵਾਸਤੇ 13 ਜਨਵਰੀ ਨੂੰ 2023, ਉਹ ਤੋਂ ਪਹਿਲਾਂ 23 ਨਵੰਬਰ ਨੂੰ ਅਸੀਂ ਸਟੇਟ ਦੀ ਕਰਦੇ ਹਾਂ। 23 ਦਸੰਬਰ ਨੂੰ ਜਦੋਂ ਰੇਲ ਮਿਨਿਸਟਰ ਨੂੰ ਮਿਲਦੇ, ਉਹ ਤੋਂ ਪਹਿਲਾਂ 23 ਨਵੰਬਰ ਨੂੰ ਰੋਡ ਸੇਫਟੀ ਦੀ ਮੀਟਿੰਗ ਦੇ ਵਿੱਚ ਇਹ ਮੁੱਦਾ ਚੁੱਕਿਆ ਜਾਂਦਾ, ਜਿਸ 'ਚ DC ਸਾਹਿਬ ਹੁੰਦੇ ਨੇ, ਔਰ DC ਸਾਹਿਬ ਔਰ ਅਸੀਂ ਸਾਰੇ ਉਸ ਮੀਟਿੰਗ ਦੇ ਵਿੱਚ ਇਹਦੇ ਬਾਰੇ ਗੱਲਬਾਤ ਕਰਦੇ ਹਾਂ। 23 ਦਸੰਬਰ ਨੂੰ ਆ ਵੈਸ਼ਨਵ ਜੀ ਦੀਆਂ ਫੋਟੋਆਂ ਨੇ, ਉਹਨਾਂ ਦੇ ਨਾਲ ਤੁਸੀਂ ਵੇਖ ਲਓ, ਉਹਨਾਂ ਨੂੰ ਮਿਲਦੇ ਆ। ਠੀਕ ਆ ਜੀ। DC ਸਾਹਿਬ ਨਾਲ ਜਦੋਂ ਮੀਟਿੰਗ ਕੀਤੀ, ਉਹ ਸਾਰੀ ਮੀਡੀਆ ਦੇ ਅੰਦਰ ਹੈਗੀ ਆ, ਉਹਦੀਆਂ ਫੋਟੋਆਂ ਤੁਹਾਨੂੰ ਦੇ ਦਿੰਦੇ ਆ। ਪਰ ਉਸ ਤੋਂ ਬਾਅਦ 13 ਜਨਵਰੀ ਨੂੰ ਮੇਰੀ ਚੈਟਿੰਗ ਹੁੰਦੀ ਆ, ਚੈਟ ਕਰਦਾ ਮੈਂ GM ਨਾਰਥ ਨਾਲ ਕਿ DRM ਕੋਈ ਜਵਾਬ ਨਹੀਂ ਦੇ ਰਹੀ, ਤੁਸੀਂ ਉਹਨੂੰ ਕਹੋ ਕਿ ਮੇਰੇ ਨਾਲ ਕਿ ਇਹ ਪਬਲਿਕ ਇਸ਼ੂ ਆ, ਲੋਕਾਂ ਦੀ ਬਹੁਤ ਮੁਸ਼ਕਲ ਹੈ, GM ਸਾਹਿਬ ਤੁਸੀਂ ਇਹਦੇ ਵਿੱਚ ਪਾਓ। DRM ਸਾਹਿਬ ਕੋਈ ਜਵਾਬ ਨਹੀਂ ਦੇ ਰਹੇ। ਉਸ ਵੇਲੇ GM ਵਿੱਚ ਪੈ ਕੇ 16 ਤਰੀਕ ਨੂੰ 16 ਜਨਵਰੀ ਨੂੰ DRM ਮੇਰੇ ਨਾਲ ਕੰਟੈਕਟ ਕਰਦੀ ਹੈ, ਡਿਟੇਲ 'ਚ ਦੱਸਦੇ ਨੇ ਉਹ ਮੈਡਮ ਸੀਮਾ ਨੇ। ਉਹ ਕਹਿੰਦੇ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਲਿਖਿਆ ਆ ਕਿ ਇਹ ਪੁਲ ਜਿਹੜਾ ਆ ਇਹ ਸਟੇਟ ਨੇ ਬਣਾਉਣਾ ਹੈ। ਮੈਂ ਕਿਹਾ ਜੀ ਇਹ ਕਿੱਦਾਂ? ਮੈਂ ਕਿਹਾ ਪੁਲ ਤੁਹਾਡਾ। ਉਹ ਕਹਿੰਦੇ ਸਾਡੀ ਪਾਲਿਸੀ ਹੈ ਜਿਹੜਾ ਪਹਿਲਾ ਪੁਲ ਜਿਹੜੀ ਏਜੰਸੀ ਬਣਾਊਗੀ, ਜਾਂ ਸਟੇਟ ਬਣਾਵੇ ਜਾਂ ਦੂਸਰਾ ਬਣਾਵੇ, ਉਹੀ ਏਜੰਸੀ ਦੁਬਾਰਾ ਬਣਾਏਗੀ। ਸੋ ਇਹ ਪੁਲ ਜਦੋਂ 1905 'ਚ ਤਿਆਰ ਹੋਇਆ, ਉਦੋਂ ਸਟੇਟ ਨੇ ਪੈਸੇ ਦਿੱਤੇ ਸੀ, ਰੇਲਵੇ ਨੇ ਮਨਜ਼ੂਰੀ ਦਿੱਤੀ ਸੀ। ਸੋ ਇਸ ਕਰਕੇ ਪਾਲਿਸੀ ਤੋਂ ਬਾਹਰ ਆ। ਮੈਂ ਕਿਹਾ ਇਹ ਤਾਂ ਬੜਾ ਖਤਰਨਾਕ ਕੰਮ ਹੋ ਗਿਆ। ਮੈਂ ਉਹਨਾਂ ਨੂੰ ਇਮੀਡੀਏਟਲੀ ਕਿਹਾ ਕਿ ਤੁਸੀਂ ਅੰਮ੍ਰਿਤਸਰ ਮੀਟਿੰਗ ਕਰੋ। ਅੰਮ੍ਰਿਤਸਰ 24 ਤਰੀਕ ਨੂੰ ਮੈਡਮ ਸੀਮਾ 24 ਜਨਵਰੀ ਨੂੰ। ਔਰ ਆ ਵੇਖੋ ਤੁਸੀਂ ਨਾਲ ਸਾਡੇ ਕੌਣ ਬੈਠੇ ਨੇ, ਇੰਦਰਵੀਰ ਨਿੱਜਰ ਜੀ, ਉਹ ਸਾਡੇ ਨਾਲ ਬੈਠੇ ਨੇ। ਉਹ ਕਹਿੰਦੇ ਨੇ ਆਮੋ ਸਾਹਮਣੇ ਦੋਵਾਂ ਦੀ ਗੱਲਬਾਤ ਕਰਾਈ ਕਿ ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ, ਤੁਸੀਂ ਕਹਿੰਦੇ ਸਾਡੇ ਕੋਲ ਨਹੀਂ। ਦੋਵਾਂ ਨੂੰ, ਰੇਲਵੇ ਨੂੰ ਔਰ ਲੋਕਲ ਬਾਡੀ ਮਿਨਿਸਟਰ ਨੂੰ ਆਮੋ ਸਾਹਮਣੇ ਬਿਠਾ ਕੇ ਉਹਨਾਂ ਨੂੰ ਪੁੱਛਿਆ ਗਿਆ। ਉੱਥੇ ਇਹੀ ਗੱਲ ਹੋਈ, ਉਹਨਾਂ ਕਿਹਾ ਜੀ ਇਹ ਤੁਸੀਂ ਬਣਾ ਕੇ ਦੇਣਾ ਆ ਸਟੇਟ ਨੇ। ਉਹਨਾਂ ਕਿਹਾ ਠੀਕ ਹੈ ਤੁਸੀਂ ਸਾਨੂੰ ਦਿਓ, ਅਸੀਂ ਬਣਾਵਾਂਗੇ। ਉਸ ਵੇਲੇ ਉਸ ਸਮੇਂ ਤੱਕ ਮੇਰਾ ਜਿਹੜਾ ਇੱਥੇ ਸ਼ਹਿਰ ਦੀਆਂ ਜਿੰਨੀਆਂ NGO ਸੀ, ਜਿੰਨੇ ਪੋਲੀਟੀਕਲ ਬੰਦੇ, ਖਾਸ ਕਰ ਸਾਡੀ ਪਾਰਟੀ ਦਾ ਦੱਤੀ ਸਾਹਿਬ ਇਹਨਾਂ ਦੀ ਕੌਂਸਟੀਚੁਐਂਸੀ ਪੈਂਦੀ ਹੈ, ਸੋਨੀ ਸਾਹਿਬ ਉਹਨਾਂ ਦੀ ਪੈਂਦੀ ਹੈ, ਬਾਰ-ਬਾਰ ਮੇਰੇ ਨਾਲ ਟੱਚ ਸੀ ਕਿ ਕਿਸੇ ਤਰ੍ਹਾਂ ਜਲਦੀ ਇਹਨੂੰ ਹੱਲ ਕਰੋ। ਪਰ ਉਹ ਮਸਲਾ ਜਿਹੜਾ ਹੁੰਦਾ ਆ, ਉਹ ਅਸੀਂ ਫਿਰ ਉਸ ਮੀਟਿੰਗ ਦੇ ਵਿੱਚ ਲੋਕਲ ਬਾਡੀ ਮਿਨਿਸਟਰ ਅਸੀਂ ਸਾਰੇ ਇਹਨੂੰ ਵਿਜ਼ਿਟ ਕਰਦੇ ਆ। ਨਾਲ ਅਸੀਂ ਇਹ ਸਲਾਹ ਕਰਦੇ ਕਿ ਟੈਂਪਰੇਰੀ ਬੇਸ ਤੇ ਕਿੱਦਾਂ ਖੋਲ੍ਹਿਆ ਜਾ ਸਕੇ। ਅਸੀਂ ਹੇਠਾਂ ਵੀ ਜਾ ਕੇ ਵੇਖਦੇ, ਜਿਹਦੀਆਂ ਫੋਟੋਆਂ ਤੁਹਾਡੇ ਸਾਹਮਣੇ ਨੇ, ਅਸੀਂ ਉਹ ਵਿਜ਼ਿਟ ਵੀ ਕੀਤਾ ਸਾਰਾ। ਆ ਦੇਖ ਸਕਦੇ ਜੇ ਤੁਸੀਂ, ਮੈਂ ਔਰ ਨਿੱਜਰ ਸਾਹਿਬ ਅਸੀਂ ਵਿਜ਼ਿਟ ਕਰਦੇ ਆ ਸਾਰਾ ਪੁਲ। ਫਿਰ ਅਸੀਂ ਉਹ ਕਹਿੰਦੇ ਜੀ ਅਸੀਂ ਬਣਾਵਾਂਗੇ। ਪਰ ਤੇ 31 ਜਨਵਰੀ ਨੂੰ ਇਹ ਚਿੱਠੀ ਇਸ਼ੂ ਹੁੰਦੀ ਹੈ ਇੱਕ, ਜਿਹਦੇ 'ਚ ਲਿਖਿਆ ਜਾਂਦਾ ਆ, ਇਹ ਆ ਚਿੱਠੀ ਹੈ,
ਡੀਸੀ ਵੱਲੋਂ 31 ਜਨਵਰੀ 2023 ਨੂੰ ਮੈਂ ਤੁਹਾਨੂੰ ਕਨਕਲੂਡ ਦੱਸ ਦਿੰਦਾ Due to inability of municipal corporation to take up this project in view of shortage of funds, you are kindly requested to use your good office to take up this project under some central government scheme, so that the traffic situation in Amritsar city can be eased out. Honorable Member of Parliament Amritsar, ਇਹ ਚਿੱਠੀ ਦਾ ਨੰਬਰ 31/1/2023 ਹਵਾ ਕਰਕੇ ਥੋੜੀ ਜਿਹੀ ਮੁਸ਼ਕਲ ਆ ਰਹੀ ਆ, ਇਹ ਤੁਹਾਨੂੰ ਸਾਰਾ ਕੁਝ ਅਵੇਲੇਬਲ ਹੈ। ਸੋ ਮੈਂ ਜਦੋਂ ਮੈਂ ਪਾਰਲੀਮੈਂਟ ਸਾਂ, ਮੈਂ ਉਸੇ ਵੇਲੇ 1 ਤਰੀਕ ਨੂੰ ਜਾ ਕੇ ਆਪਣੇ ਸਪੀਕਰ ਸਾਹਿਬ ਓਮ ਬਿਰਲਾ ਜੀ ਨੂੰ ਮਿਲ ਕੇ ਮੈਂ ਕਿਹਾ ਜੀ ਇੱਕ ਵਾਰੀ ਗਡਕਰੀ ਸਾਹਿਬ ਨੇ ਕਿਹਾ ਸੀ ਮੈਂ ਸੀਆਰਐਫ ਫੰਡ ਦੇ ਨਾਲ ਤੁਹਾਨੂੰ ਕੋਈ ਲੋੜ ਹੈ ਮਾੜੇ ਮੋਟੇ ਜਿਹੜੇ ਜ਼ਰੂਰੀ ਬ੍ਰਿਜ ਨੇ ਮੈਂ ਬਣਾ ਕੇ ਦੇ ਸਕਦਾ ਜੇ ਰੇਲਵੇ ਕੋ ਫੰਡ ਦੀ ਕਮੀ ਆ। ਮੈਂ ਉਸੇ ਵੇਲੇ ਜਾ ਕੇ ਉਹਨਾਂ ਦੇ ਨਾਲ ਸਪੀਕਰ ਸਾਹਿਬ ਨੂੰ ਕਿਹਾ ਕਿ ਗਡਕਰੀ ਸਾਹਿਬ ਨਾਲ ਮੀਟਿੰਗ ਮੇਰੀ ਫਿਕਸ ਕਰਾਓ। ਗਡਕਰੀ ਸਾਹਿਬ ਦੀ ਮੀਟਿੰਗ ਦੇ ਵਿੱਚ ਮੈਨੂੰ ਇਹ ਪੈਸੇ ਲੈ ਕੇ ਦਿਓ। ਸਰਕਾਰ ਨੇ ਹੱਥ ਖੜੇ ਕਰਤੇ, ਲੋਕਲ ਬਾਡੀ ਸਰਕਾਰ ਕੋਲ ਪੈਸੇ ਹੈ ਨਹੀਂ। ਇਨ ਬਿਟਵੀਨ ਮੇਰੀ ਰੇਲਵੇ ਮਿਨਿਸਟਰ ਸਾਹਿਬ ਨਾਲ ਮੀਟਿੰਗ ਹੋ ਜਾਂਦੀ ਆ, ਅਸੀਂ ਉੱਥੇ ਪਾਰਲੀਮੈਂਟ ਦੇ ਅੰਦਰ ਹੀ ਮਿਲ ਲੈਂਦੇ ਹਾਊਸ 'ਚ ਹੀ। ਮੈਂ ਕਿਹਾ ਜੀ ਮੈਂ ਪੈਸੇ ਉਧਰੋਂ ਲੈਣੇ ਨੇ, ਕਿਰਪਾ ਕਰਕੇ ਤੁਸੀਂ ਫਾਲੋ ਅਪ ਤੇਜ਼ ਕਰਾ ਦਿਓ। ਆਂਦੇ ਕਾਹਦੇ ਵਾਸਤੇ? ਮੈਂ ਕਿਹਾ ਜੀ ਪੁਲ ਬਣਾਉਣਾ ਸਟੇਟ ਨੇ, ਸਟੇਟ ਕੋਲ ਪੈਸੇ ਹੈ ਨਹੀਂਗੇ, ਹੁਣ ਤੁਸੀਂ ਪੈਸੇ ਦਿਓ, ਇਹ ਲੋਕਾਂ ਦਾ ਮਸਲਾ ਆਪਾਂ ਬਣਾ ਕੇ ਦੇਣਾ। ਮੈਨੂੰ ਆਂਦੇ ਆਫਿਸ 'ਚ ਆ ਜਾਓ। ਮੈਂ ਆਫਿਸ ਆਂਦੇ ਕੋਈ ਲੋੜ ਨਹੀਂ। 7 ਤਰੀਕ ਨੂੰ ਉਹ ਮੇਰੇ ਨਾਲ ਮੀਟਿੰਗ ਕਰਦਾ, ਮੈਂ ਉਹਨਾਂ ਨੂੰ ਆਫਿਸ ਦੇ ਵਿੱਚ ਬੈਠ ਕੇ 7 ਫਰਵਰੀ ਨੂੰ ਮੀਟਿੰਗ ਕਰਕੇ ਵੈਸ਼ਨਵ ਜੀ ਦੇ ਨਾਲ ਇਹ ਸਾਰੀਆਂ ਜਿਹੜੀਆਂ ਫੋਟੋ ਨੇ ਮੇਰੇ ਸੋਸ਼ਲ ਮੀਡੀਆ ਤੇ ਪਈਆਂ ਨੇ, ਫੇਸਬੁੱਕ ਤੇ ਵੀ ਹੈ, ਨਾਲ ਵੀਡੀਓਜ਼ ਵੀ ਨੇ। ਮੇਰੀ ਮੀਟਿੰਗ ਹੁੰਦੀ ਹੈ 7 ਫਰਵਰੀ ਨੂੰ। ਮੈਂ ਉਹਨਾਂ ਨੂੰ ਜਦੋਂ ਰਿਕੁਐਸਟ ਕਰਦਾ ਉਹ ਕਹਿੰਦੇ ਵੀ ਇਹ ਮੇਰੀ ਜ਼ਿੰਮੇਵਾਰੀ ਆ। ਮੈਂ ਕਿਹਾ ਜੀ ਜ਼ਿੰਮੇਵਾਰੀ ਤੇ ਹੈ, ਪਰ ਇਹ ਲੰਮਾ ਕੰਮ ਹੁੰਦਾ, ਤੁਸੀਂ ਚਿੱਠੀ ਪੱਤਰ ਵਾਲੇ ਚੱਕਰ 'ਚ ਪੈ ਜਾਣਾ। ਆਂਦੇ ਗੁਰਜੀਤ ਆਈ ਪ੍ਰੋਮਿਸ ਕਿ ਉਹੀ ਚਿੱਠੀ ਪੱਤਰ ਦਾ ਕੰਮ ਨਹੀਂ ਹੋਊਗਾ। ਮੈਨੂੰ ਪੂਰੀ ਮਤਲਬ ਐਮਰਜੈਂਸੀ ਦੇ ਉੱਤੇ ਆਪਣੇ ਉਹਨਾਂ ਦੇ ਵਿਕਾਸ ਜੈਨ ਜੀ ਜਿਹੜੇ ਉਹਨਾਂ ਦੇ ਥੱਲੇ ਉਸ ਸਮੇਂ ਪੀਏ ਸੀ, ਉਹਨਾਂ ਨੂੰ ਕਿਹਾ ਗਿਆ ਕਿ ਇਹ ਤੁਹਾਡੀ ਡਿਊਟੀ ਲਾਈ ਜਾਂਦੀ ਹੈ, ਤੁਸੀਂ ਗੁਰਜੀਤ ਦੇ ਨਾਲ ਕੰਟੈਕਟ 'ਚ ਰਹਿਣਾ ਆ, ਇਹਨੂੰ ਦਿਨਾਂ ਦੇ ਵਿੱਚ ਮੈਨੂੰ ਚਾਹੀਦਾ। ਇਹ ਸਨ ਅੱਜ ਦੀਆਂ ਮੁੱਖ ਅਤੇ ਚੋਣਵੀਆਂ ਖਬਰਾਂ। ਤਾਂ ਤੁਸੀਂ ਦੇਖਦੇ ਰਹੋ PBC। ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।